दोस्तों ਤੁਸੀਂ ਵੇਖ ਰਹੇ ਹੋਵੋਗੇ ਮੈਨੂੰ ਉਸ ਕੁਰਸੀ ਤੇ ਜਿਹੜੀ ਅੱਜ ਕੱਲ੍ਹ ਬੜੀ ਮਸ਼ਹੂਰ ਹੋਈ ਹੋਈ ਇਹ ਸਾਡੇ ਨੈਸ਼ਨਲ ਪ੍ਰੈਸ ਕਲੱਬ ਇਸਲਾਮਾਬਾਦ ਦੀ ਕੁਰਸੀ ਹੈ। ਇਹ ਬੜੀ ਡਾਢੀ ਕੁਰਸੀ ਹੈ। ਇੱਥੇ ਜਦੋਂ ਬੰਦਿਆਂ ਨੂੰ ਅਰੂਜ ਮਿਲਦਾ ਉਦੋਂ ਵੀ ਆ ਕੇ ਬਹਿੰਦੇ ਨੇ, ਜਦੋਂ ਬੰਦਿਆਂ ਨੂੰ ਇੱਕ ਜ਼ਵਾਲ ਦੀ ਕਫੀਅਤ ਹੁੰਦੀ ਉਦੋਂ ਵੀ ਬਹਿੰਦੇ ਨੇ। ਅੱਜ ਕੱਲ੍ਹ ਇੱਕ ਪਾਰਟੀ ਤੇ ਕਹਿ ਲਓ ਬੁਰਾ ਵਕਤ ਹੈ ਔਰ ਬੁਰੇ ਵਕਤ ਵਿੱਚ ਜਿਹੜੇ ਸੱਜਣ ਖਲੋ ਜਾਣ ਉਹੀ ਸੱਜਣ ਹੁੰਦੇ ਔਰ ਜਿਹੜੇ ਨਸ ਜਾਣ ਉਹ ਸੱਜਣ ਨਾ ਪਹਿਲੇ ਸੱਜਣ ਸਨ ਨਾ ਹੀ ਸੱਜਣ ਸਨ। ਸਿਆਸਤ ਦੀ ਗੱਲਾਂ ਤਾਂ ਸਾਰੀਆਂ ਨੇ ਸਾਰਾ ਦਿਨ ਸੁਣਦੇ ਹੀ ਰਹਿੰਦੇ ਹੋ, TV ਸਕਰੀਨਾਂ ਤੇ ਸੋਸ਼ਲ ਮੀਡੀਆ ਤੇ ਹਰ ਤਰਫ ਇੱਕੋ ਹੀ ਗੱਲ ਹੋ ਰਹੀ। ਲੇਕਿਨ ਕਰਨ ਦਾ ਮਕਸਦ ਇਹ ਹੈ ਕਿ ਮੇਰੇ ਖਿਆਲ ਹੈ ਕਿ ਅਸੀਂ ਜਿੰਨੇ ਆ ਨਾ ਅਸੀਂ ਜਿਹੜੇ ਆ ਆਮ ਜੇ ਸਾਦੇ ਜਿਹੇ ਲੋਕ ਸਾਨੂੰ ਸਭ ਤੋਂ ਪਹਿਲਾਂ ਇੱਕ ਦੂਜੇ ਕੋਲੋਂ ਮਾਫੀ ਮੰਗਣੀ ਚਾਹੀਦੀ। ਅਸੀਂ ਜਿਹੜੇ ਮਤਵਸਤ ਤਬਕੇ ਦੇ ਜਾਂ ਉਸ ਤੋਂ ਥੱਲੇ ਤਬਕੇ ਦੇ ਲੋਕ ਹਾਂ, ਗਲੀ ਮਹੱਲੇ 'ਚ ਰਹਿਣ ਵਾਲੇ ਲੋਕ, ਆਪਣੇ ਪਿੰਡ ਦੇ ਰਹਿਣ ਵਾਲੇ ਲੋਕ, ਤੇ ਇਹਨਾਂ ਲੋਕਾਂ ਦੇ ਪਿੱਛੇ ਜਿਹੜੇ ਅੱਜ ਆਪਣੇ ਬਾਲ ਬੱਚੇ ਵਾਸਤੇ ਦੌੜ ਦੌੜ ਕੇ ਪਾਰਟੀਆਂ ਛੱਡ ਰਹੇ ਨੇ, ਵਫਾਦਾਰੀਆਂ ਬਦਲ ਰਹੇ ਨੇ। ਸਾਡੇ ਬਾਲ ਬੱਚਿਆਂ ਨੂੰ ਸਾਨੂੰ ਆਪਸ 'ਚ ਲੜਾ ਕੇ ਆਪਣੇ ਆਪਣੇ ਘਰਾਂ 'ਚ ਸਕੂਨ ਨਾਲ ਚਲੇ ਗਏ। ਇੱਥੇ ਆਉਂਦੇ ਨੇ 2 ਮਿੰਟ ਦੀ ਗੱਲ ਕਰਦੇ ਨੇ, ਕੁਝ ਸਵਾਲਾਂ ਦੇ ਜਵਾਬ ਦਿੰਦੇ ਨੇ ਤੇ ਕੁਝ ਜਵਾਬ ਵੀ ਨਹੀਂ ਦਿੰਦੇ। ਹਰ ਪ੍ਰੈਸ ਕਾਨਫਰੰਸ ਵਿੱਚ ਆਪਣੇ ਬੱਚਿਆਂ ਦੀ, ਆਪਣੇ ਘਰ ਦੀ ਤੇ ਆਪਣੇ ਕੈਰੀਅਰ ਦੀ ਗੱਲ ਕਰਦੇ ਨੇ। ਇਹਨਾਂ ਦੇ ਮੂੰਹੋਂ ਮੈਂ ਕਿਸੇ ਕੋਲ ਨਹੀਂ ਸੁਣਿਆ ਕਿ ਜਿਹੜੇ ਬੱਚੇ ਫੜੇ ਗਏ ਨੇ ਉਹਨਾਂ ਦਾ ਕੈਰੀਅਰ ਕਿੱਥੇ ਜਾਏਗਾ, ਜਿਹੜੀ ਬੱਚੀਆਂ ਗ੍ਰਿਫਤਾਰ ਹੋਈਆਂ ਉਹਨਾਂ ਦਾ ਕੈਰੀਅਰ ਕਿੱਥੇ ਜਾਏਗਾ, ਜਿਹੜੇ ਪਿਛਲੇ ਕਈ ਸਾਲਾਂ ਤੋਂ ਆਪਸ ਵਿੱਚ ਰਿਸ਼ਤੇਦਾਰੀਆਂ ਤਬਦੀਲ ਹੋ ਗਈਆਂ, ਲੜਾਈਆਂ ਕਰਦੇ ਰਹੇ ਇੱਕ ਦੂਜੇ ਦੇ ਪਿੱਛੇ, ਕਰੀਬੀ ਰਿਸ਼ਤੇਦਾਰ ਇੱਕ ਦੂਜੇ ਦੂਰ ਹੋਏ, ਇੱਕ ਦੂਜੇ ਦੇ ਘਰਾਂ ਦੇ ਅੱਗੇ ਜਿੱਥੇ ਖੁਸ਼ੀਆਂ ਦੇ ਡੇਰੇ ਹੁੰਦੇ ਸਨ ਉੱਥੇ ਇੱਕ ਦੂਜੇ ਨੂੰ ਹਰਾਉਣ ਵਾਸਤੇ ਢੋਲ ਵਜਾ ਵਜਾ ਜੋ ਇੱਕ ਦੂਜੇ ਦੀ ਬੇਇੱਜ਼ਤੀ ਕਰਦੇ ਰਹੇ। ਵੱਡੇ ਨਿੱਕੇ ਦਾ ਅਦਬ ਖਤਮ ਹੋਇਆ, ਵੱਡੇ ਨਿੱਕੇ ਦਾ ਇਹਤਰਾਮ ਖਤਮ ਹੋਇਆ, ਮੁਕਾਲਮਾ ਖਤਮ ਹੋਇਆ, ਦਲੀਲ ਖਤਮ ਹੋਈ, ਜ਼ੋਰ ਤੇ ਗੱਲ ਆ ਗਈ। ਜਿੰਨਾ ਜ਼ੋਰ ਚੱਲਿਆ, ਪਹਿਲਾਂ ਇੱਕ ਪਾਰਟੀ ਦਾ ਜ਼ੋਰ ਚੱਲਦਾ ਸੀ, ਹੁਣ ਦੂਜੀ ਪਾਰਟੀ ਦਾ ਜ਼ੋਰ ਚੱਲਦਾ ਹੈ। ਆਉਣ ਵਾਲੇ ਵਕਤ ਵਿੱਚ ਵੀ ਇਹ ਮਾਹੌਲ ਇੰਝ ਹੀ ਰਹਿਣਾ। ਤੁਹਾਡੀ ਵੀ ਉਮਰ ਗੁਜ਼ਰ ਗਈ, ਸਾਡੀ ਵੀ ਗੁਜ਼ਰ ਗਈ, ਵੇਖਦੇ ਹੀ ਆਏ। ਚੜ੍ਹਦੇ ਸੂਰਜ ਨੂੰ ਸਲਾਮ ਹੁੰਦਾ ਤੇ ਜਦੋਂ ਸਲਾਮ ਹੋ ਜਾਂਦਾ ਉਦੋਂ ਜਿਹੜੇ ਤੁਹਾਡੇ ਨਾਲ ਮੁਸ਼ਕਲ ਵਕਤ ਵਾਲੇ ਹੁੰਦੇ ਨੇ ਉਹ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਤੇ ਮੇਰਾ ਖਿਆਲ ਹੈ ਜਿਹੜੀ ਗੱਲ ਮੈਂ ਸਮਝਾਂ ਕਿ ਉਹ ਦੋਸਤ ਜਿਹੜੇ ਤੁਸੀਂ ਇਹਨਾਂ ਸਿਆਸਤਦਾਨਾਂ ਦੇ ਪਿੱਛੇ ਨਾਰਾਜ਼ ਕੀਤੇ ਨੇ, ਯਕੀਨ ਕਰੋ ਉੱਠੋ ਤੇ ਜਾ ਕੇ ਉਹਨਾਂ ਨੂੰ ਗਲੇ ਲਾਓ। ਅਸਲ ਤੁਹਾਡੇ ਦੋਸਤ, ਅਸਲ ਤੁਹਾਡੇ ਸੱਜਣ, ਅਸਲ ਤੁਹਾਡੀ ਪਾਰਟੀ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਘਰ ਵਾਲੇ, ਤੁਹਾਡੇ ਮਹੱਲੇਦਾਰ ਤੇ ਤੁਹਾਡੇ ਦੋਸਤ ਨੇ ਜਿਨ੍ਹਾਂ ਨੇ ਤੁਹਾਡੇ ਔਖੇ ਸੌਖੇ ਵੇਲੇ ਕੰਮ ਆਉਣਾ। ਇਹ ਜਿਹੜੇ ਕੰਮ ਆ ਰਹੇ ਨੇ, ਜਿਹੜੇ ਜਿਵੇਂ ਹੁਣ ਲੋਕਾਂ ਨੂੰ ਕਹਿ ਰਹੇ ਨੇ ਕਿ ਇਹ ਸਾਰੇ ਦਹਿਸ਼ਤਗਰਦ ਨੇ, ਉਹਨਾਂ ਦਾ ਹਾਲ ਤੁਹਾਡੇ ਸਾਹਮਣੇ। ਦੂਸਰਾ, ਮੈਂ ਇੱਕ ਚੀਜ਼ ਹੋਰ ਜਾਂਦਿਆਂ ਜਾਂਦਿਆਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਜਿਹੜਾ ਮਾੜੇ ਘਰ ਦਾ ਜੀ ਤੇ ਮੁਤਵਸਤ ਤਬਕੇ ਦਾ ਜੀ ਜਦੋਂ ਥੋੜ੍ਹਾ ਜਿਹਾ ਅੱਲਾਹ ਤਾਲਾ ਉਹਨੂੰ ਕੋਈ ਮੌਕਾ ਦਿੰਦਾ ਨਾ ਤੇ ਉਹ ਕੋਸ਼ਿਸ਼ ਕਰਦਾ ਸਭ ਤੋਂ ਪਹਿਲਾਂ ਜਿਹੜੇ ਉਹਦੇ ਆਲੇ ਦੁਆਲੇ ਜੀ ਹੁੰਦੇ ਨੇ ਆਪਣੇ ਕਰੀਬ ਦੇ ਜੀ, ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦਾ। ਇਹ ਪਾਰਟੀਆਂ ਹੁੰਦੀਆਂ ਨੇ, ਇਹ ਪਾਰਟੀਆਂ ਵੇਖਦੀਆਂ ਨੇ ਕਿਹੜਾ ਬੰਦਾ ਥੋੜ੍ਹਾ ਜਿਹਾ ਬੋਲ ਲੈਂਦਾ, ਗੱਲ ਕਰ ਲੈਂਦਾ, ਉਹਦੇ 'ਤੇ ਹੱਥ ਰੱਖਦੀਆਂ ਨੇ। ਤੇ ਜੇ ਤੇ ਬੰਦਾ ਸਮਝਦਾਰ ਹੋਵੇ ਤੇ ਫਿਰ ਤਾਂ ਸਾਰਿਆਂ ਨਾਲ ਲੈ ਕੇ ਚੱਲਦਾ, ਤੇ ਜੇ ਹੋਵੇ ਬੇਸਮਝ ਤੇ ਉਹ ਆਪਣੇ ਇਰਦ ਗਿਰਦ ਸਭ ਤੋਂ ਪਹਿਲਾਂ ਆਪਣੇ ਦੁਸ਼ਮਣ ਬਣਾਉਂਦਾ। ਆਪਣੇ ਜਿਹੜੇ ਘਰ ਦੇ ਅਜ਼ੀਜ਼, ਸੱਜਣ, ਦੋਸਤ, ਲੰਗੋਟੀਏ ਯਾਰ ਨੂੰ ਦੁਸ਼ਮਣ ਬਣਾਉਂਦਾ। ਤੇ ਪਿਛਲੇ ਕਈ ਸਾਲਾਂ ਤੋਂ ਇੰਝ ਹੀ ਹੋਇਆ। ਅੱਜ ਉਹ ਲੋਕ ਇੱਕ ਦਫਾ ਬਲਕਿ ਕਈ ਦਫਾ ਬੈਠ ਕੇ ਸੋਚਦੇ ਹੋਣਗੇ ਕਿ ਅਸੀਂ ਕਿਹਨਾਂ ਵਾਸਤੇ ਜਾਂਦੇ ਰਹੇ, ਅਸੀਂ ਕਿਹਨਾਂ ਵਾਸਤੇ ਦਿਨ ਰਾਤ ਮਾਰ ਵੀ ਖਾਧੀ, ਪੈਸੇ ਵੀ ਲਾਏ, ਗੱਡੀਆਂ ਤੇ ਵੀ ਆਏ। ਅਸੀਂ ਚੁੱਕੇ ਤੇ ਇਸਲਾਮਾਬਾਦ ਹੁੰਦੇ ਹਾਂ, ਸਾਡੇ ਮੁੰਡੇ ਮੀਡੀਆ ਵਾਲੇ ਇੱਥੇ ਕਵਰ ਕਰ ਰਹੇ ਹੁੰਦੇ ਨੇ, ਇਹ ਵੀ ਪਰੇਸ਼ਾਨ ਹੁੰਦੇ ਨੇ, ਵੇਖ ਰਹੇ ਹੁੰਦੇ ਨੇ। ਇਹਨਾਂ ਦੇ ਕੋਲ ਕੈਮਰਿਆਂ 'ਚ ਬੜੀਆਂ ਗੱਲਾਂ ਰਿਕਾਰਡ ਹੁੰਦੀਆਂ ਨੇ ਜਿਹੜੀਆਂ ਹੌਸਲੇ ਤੋਂ ਨਾ ਵੀ ਵਿਖਾ ਸਕਦੇ ਹੋ। ਇਹ ਵੇਖਦੇ ਨੇ ਕੋਈ ਦੂਰੋਂ ਲੋਕ ਆ ਕੇ ਸੜਕਾਂ 'ਤੇ ਸੁੱਤੇ ਹੁੰਦੇ ਨੇ। ਕਿਸ ਵਜ੍ਹਾ ਤੋਂ? ਕਿਸੇ ਨੇ ਨਵਾਂ ਪਾਕਿਸਤਾਨ ਬਣਾਉਣਾ ਹੈ, ਕਿਸੇ ਨੇ ਪੁਰਾਣਾ ਪਾਕਿਸਤਾਨ ਬਣਾਉਣਾ, ਕਿਸੇ ਨੇ ਆਜ਼ਾਦੀ ਦਿਵਾਉਣੀ ਹੈ, ਕਿਸੇ ਨੇ ਦਹਿਸ਼ਤਗਰਦੀ ਤੋਂ ਜਾਨ ਛੁਡਾਉਣੀ ਹੈ। ਲੇਕਿਨ ਜਦੋਂ ਮੌਕਾ ਆਉਂਦਾ ਫਲ ਖਾਵਣ ਦਾ, ਜਦੋਂ ਮੌਕਾ ਆਉਂਦਾ ਕੁਰਬਾਨੀ ਦੇਵਣ ਦਾ, ਫਲ ਵੀ ਉਹ ਖਾ ਜਾਂਦੇ ਨੇ ਔਰ ਕੁਰਬਾਨੀ ਵਾਲੇ ਪਾਸੇ ਤੇ ਨੇੜੇ ਵੀ ਨਹੀਂ ਹੁੰਦੇ। ਆਪਣੇ ਜੀਆਂ ਤੋਂ ਇਲਾਵਾ ਕਿਸੇ ਨੂੰ ਫਿਕਰ ਨਹੀਂ ਹੁੰਦੀ। ਅੱਜ ਸੋਚ ਕੇ ਖੌਫ ਆਉਂਦਾ, ਅੱਜ ਜਦੋਂ ਖਿਆਲ ਆਉਂਦਾ ਉਹਨਾਂ ਮਾਂ ਪਿਓ ਦਾ, ਜਿਹੜੇ ਮਾਂ ਪਿਓ ਅੱਜ ਉਹਨਾਂ ਗਰੀਬਾਂ ਦੇ ਪਿੱਛੇ ਅਦਾਲਤਾਂ 'ਚ, ਕਚਹਿਰੀਆਂ 'ਚ ਪਿੱਛੇ ਜਾ ਰਹੇ ਨੇ, ਭੁਗਤ ਰਹੇ ਨੇ, ਵਕੀਲ ਕਰਨ ਜੋਗੇ ਪੈਸੇ ਕੋਈ ਨਹੀਂ। ਤੇ ਉਹ ਪਾਰਟੀ ਜਿਹਦੇ ਪਿੱਛੇ ਸਨ ਉਹਨਾਂ ਵੀ ਨਾ ਕਰਤੀ ਤੇ ਜਿੰਨਾ ਫੜ ਲਿਆ ਉਹ ਮੁਕੱਦਮਾ ਜਿਹੜੇ ਕਰ ਰਹੇ ਨੇ। ਅੱਜ ਵੀ 1-2 ਖਬਰਾਂ ਮਿਲੀਆਂ ਕਿ ਚੰਗੇ ਭਲੇ ਨੌਕਰੀਆਂ ਕਰਦੇ ਹੋਏ ਬੰਦੇ ਜਿਨ੍ਹਾਂ ਦੀ ਲੱਖ 2-2 ਲੱਖ 3-3 ਲੱਖ ਰੁਪਏ ਤਨਖਾਹਾਂ ਸਨ, ਉਹ ਵੀ ਇਸ ਲੜਾਈ ਪੜਾਈ ਸ਼ਾਮਲ ਹੋਏ। ਨੌਕਰੀਆਂ ਵੀ ਗਈਆਂ, ਕੈਰੀਅਰ ਵੀ ਗਿਆ ਤੇ ਘਰਲਿਆਂ ਨੂੰ ਆਪਣਿਆਂ ਨੂੰ ਖਰਾਬ ਕਰ ਲਿਆ। ਤੇ ਦੋਸਤੋ ਗੱਲ ਸਿਰਫ ਇੰਨੀ ਹੈ, ਜ਼ਰੂਰ ਹਮਾਇਤ ਕਰੋ, ਜ਼ਰੂਰ ਕਿਸੇ ਨਾ ਕਿਸੇ ਦੀ
अपने नज़रियात के मुताबिक तुसी हिमायत करो, वोट दिओ, जमहूरी तरीके नाल कोई भी करने करे। कदी भी इन्हां दी मुहब्बत च इन्ना अगां ना वधो कि वापसी का राह बंद हो जाए। ए हुण बड़े कह रहे कुर्बानी, दोबारा वापसी हो जाएगी, चीज़ां हो जाणगियां, कुर्बानी देनी पैंदी है, दबान नाल कुछ नहीं होंदा। ਉਹ भाईजान दबान नाल बड़ा कुछ होंदा, इन्हां दा कुछ नहीं होना। इन्हां फिर किते सुलह सफाई कर लेनी है, इन्हां फिर कोई बंदा लभ लैना, सुलह सफाई करके आपस में बह जाना। गया तो गया वो गरीब गए जिन्हां दा जान माल जाना चलियां गईयां। तो दोस्तों अज अस इन्ना ही काफ़ी है। तो तुसी अपना ख्याल रखो, अपना दुआवां च याद रखो, और अपने इर्द गिर्द खासकर पाकिस्तान के नौजवान जिहड़े अजकल तकरीबन 70% ने जिन्होंने राह वहान की लोड़ है, अल्लाह का नाम जिन्होंने सीधा राह वहाओ, ताकि अपने आस्ते, अपने घरलियां आस्ते, अपने मुल्क आस्ते वो बेहतर कर सन। अज बस इन्ना ही। अल्लाह हाफिज़।